पर तुसी किन्ने क डूंघे हो, तुहाडा कोई अंत नहीं पा सकता। इस प्रकार महाराज कहें भुजंग प्रिया छंद। नमस्तं अकाले नमस्तं कृपाले नमस्तं अरूपे नमस्तं अनूप नमस्तं अपेखे नमस्तं अलेखे नमस्तं अकाहे नमस्तं अजाय नमस्तं अगंजे नमस्तं अपंजे नमस्तं अनामे नमस्तं अथाम नमस्तं अकर्मं नमस्तं अकर्मं नमस्तं अनामं नमस्तं अताम नमस्तं अजीते नमस्तं अपीते नमस्तं अबाहे नमस्तं अटाहे नमस्तं अनीले नमस्तं अनाद नमस्तं अछेदे नमस्तं अगाधे। 7 पौड़ियां हो गई अपनिया, नाल संख्या भी होंगी है, नाल बोलने का तरीका भी है। ਜਿਹੜੇ ਕਹਿੰਦੇ ਜਾਪ ਸਾਹਿਬ ਔਖਾ ਲੱਗਦਾ ਉਹਨਾਂ ਲਈ ਬਹੁਤ ਸੌਖਾ ਹੋ ਜਾਵੇਗਾ। ਉਪਮਾ ਵੀ ਤਾਂ ਦੇਖੋ ਨਾ ਕਿੰਨੀ ਕੀਤੀ ਹੈ, ਇੰਨੀ ਉਪਮਾ ਤਾਂ ਆਪਾਂ ਸਾਰੀ ਜ਼ਿੰਦਗੀ 'ਚ ਨਹੀਂ ਕਰ ਸਕਦੇ ਜਿੰਨੀ ਇੱਕ ਜਾਪ ਸਾਹਿਬ ਦੇ ਵਿੱਚ। ਫਿਰ ਕਿਉਂ ਨਹੀਂ ਕਰਦੇ ਜਾਪ ਸਾਹਿਬ ਦਾ ਪਾਠ? ਚਾਤਰੀ ਸੰਖਿਆ ਪ੍ਰਸਾਦ ਗੋਬਿੰਦ ਮੁਕੰਦ ਦਾਰੇ ਅਪਾਰੇ ਗੋਬਿੰਦ ਮੁਕੰਦ हरियं करियं नरनामे अकामे हरियं करियं नामे गोविंदे मुकंदे दारे अपारे गोविंदे मुकंदे हरियं करियं नरनामे अकामे हरियं करियं गोविंदे मुकंदे दारे अपारे गोविंदे मुकंदे हरियं करियं नरनामे अकामे हरियं करियं नरनामे गोविंदे मुकंदे उदारे अपारे गोविंदे मुकंदे हरियं करियं नरनामे अकामे हरियं गोविंदे मुकंदे उदारे अपारे गोविंदे मुकंदे हरियं करियं नरनामे अकामे हरियं करियं दुकालं परनासी दयालं स्वरूपे दुकालं परनासी सदा अंग संगे अपंगं विकूते सदा अंग संग सगल द्वार को छाड़ कर गहे तुम्हारो द्वार बाहे गहे की लाज अस गोविंद दास तुहार। वाहिगुरु जी का खालसा वाहिगुरु जी की फतेह। जाप साहब का पाठ करोगे तो वाहिगुरु प्रसन्न हो जाएंगे। इसे करके अकाल पुरख ने इन्नियां नमस्कारां कीतियां महाराज 10वें पातशाह ने। सो सतगुरु महाराज धन गुरु गोबिंद सिंह साहब जी महाराज आप प्रतख देख के अकाल पुरख नूं सामने उच्चारण करते ने। नमस्तं अगंजे गंज। गंज के कई भाव ने थे। पहला गंज कहते ने जिहड़ा है किसी के अगे टुटना। तो इस प्रकार गंज इत्थे जिहड़ा भाव दिता आ गंजे आ मतलब कीर्ति जिहड़ी है ना कीर्ति दे पुंज हो तुसीं। इस करके तुहानूं मेरी नमस्कार है। नमस्तं अपंजे। भंज हुंदा भंजना झुकना किसी के अगे झुकण तो रहत हो। भंजना हुंदा टुटना टुटण तो रहत हो। तो भंजना हुंदा इस प्रकार भजना भज जाना। ये 3 भाव ने अर्थ भाव ये 3 बनते हैं। तो अकाल पुरख वाहिगुरु कट्टण तो रहत भजन तो रहत टुटण तो रहत नाश तो रहत जो है उन्होंने मैं मत्था टेकदा नमस्कार करदा। नमस्तं उदारे। उदार जो सारे नालों श्रेष्ठ सखी दाता प्यारा खुले दिल वाला जिवें आपां पढ़दे हैं गोबिंदे मुकंदे उदारे अपारे।
ਇਹਦੇ 'ਚ ਹੀ ਸਾਰੇ ਅਰਥ ਆ ਜਾਣੇ ਆ। ਉਹ ਨਮਸਤੰ ਅਪਾਰੇ, ਅਪਾਰੇ ਪਾਰਾਵਾਰ ਤੋਂ ਰਹਿਤ, ਜਿਹਦਾ ਨਾ ਕੋਈ ਉਰਲਾ ਪਾਸਾ ਨਾ ਕੋਈ ਪਰਲਾ ਕਿਨਾਰਾ, ਪਤਾ ਹੀ ਨਹੀਂ ਕਿੰਨਾ ਕੁ ਵੱਡਾ ਹੈ। ਇਸੇ ਕਰਕੇ ਅਸੀਂ ਉਹਨੂੰ ਨਮਸਕਾਰ ਕਰਦੇ ਹਾਂ, ਵਾਹਿਗੁਰੂ ਨੂੰ, ਜੋ ਪਾਰਾਵਾਰ ਤੋਂ ਰਹਿਤ ਹੈ। ਇੱਕ ਪਾਰੇ ਕਈ ਵਾਰੀ ਆਊਗਾ, ਪਾਰੇ ਪਾਰੇ ਹੁੰਦੀ ਪਾਲਣਾ ਕਰਨੀ। ਪਾਲਣ ਤੋਂ ਰਹਿਤ ਹੋ, ਨਾ ਤਾਂ ਤੁਸੀਂ ਜਨਮ ਹੀ ਲੈਂਦੇ ਹੋ, ਨਾ ਤੁਹਾਨੂੰ ਕੋਈ ਪਾਲਦਾ ਹੀ ਹੈ। ਪਾਲਣਾ ਤੁਸੀਂ ਭਾਵੇਂ ਅਸੀਂ ਕਿੱਡੇ ਵੱਡੇ ਹੋ ਜਾਈਏ, ਬੁੱਢੇ ਹੋ ਜਾਈਏ, ਚਾਹੇ ਉਹ ਦੇਵੀ ਦੇਵਤੇ ਕਿਉਂ ਨਾ ਹੋਣ, ਪਾਲਣਾ ਤਾਂ ਵਾਹਿਗੁਰੂ ਸਭ ਦੀ ਕਰਦਾ ਹੈ। 84 ਲੱਖ ਜੂਨ ਦੀ ਪਾਲਣਾ ਕਰਦਾ ਹੈ। ਅਤੇ ਜਿਹੜੀਆਂ ਚੀਜ਼ਾਂ ਨਹੀਂ ਵੀ ਦਿਖਦੀਆਂ ਆਪਾਂ ਨੂੰ, ਉਹਨਾਂ ਦੀ ਵੀ ਪਾਲਣਾ ਕਰਦਾ। ਪਰ ਤੁਸੀਂ ਪਾਲਣ ਤੋਂ ਰਹਿਤ ਹੋ, ਤੁਹਾਨੂੰ ਕੋਈ ਪਾਲ ਨਹੀਂ ਸਕਦਾ ਕਿ ਤੁਹਾਨੂੰ ਫਲਾਨਾ ਬੰਦਾ ਕੁਝ ਦਿੰਦਾ ਤਾਈਓ ਤੁਸੀਂ ਚੱਲਦੇ ਹੋ। ਤੁਹਾਨੂੰ ਕਿਸੇ ਤੋਂ ਕੁਝ ਲੈਣ ਦੀ ਲੋੜ ਨਹੀਂ ਪੈਂਦੀ। ਨਮਸਤੰ ਸੋ ਏਕੈ, ਤੁਹਾਨੂੰ ਇਸ ਕਰਕੇ ਨਮਸਕਾਰ ਕਰਦਾ ਹਾਂ, ਮੱਥਾ ਟੇਕਦਾ ਕਿ ਤੁਸੀਂ ਇੱਕੋ ਹੀ ਇੱਕ ਹੋ, ਇੱਕੋ ਹੀ ਸਰੂਪ ਹੋ, ਕੇਵਲ ਇੱਕ ਹੋ ਬਸ। ਇਸੇ ਕਰਕੇ ਤੁਹਾਨੂੰ ਇੱਕ ਓੰਕਾਰ ਕਿਹਾ। ਓੰਕਾਰ ਜੋ ਕੇਵਲ ਇੱਕੋ ਇੱਕ ਹੈ। ਨਮਸਤੰ ਸੋ, ਸੋ ਵੱਖਰਾ ਏਕੈ, ਕੱਕੇ ਨੂੰ ਦਲਾਈਆਂ। ਨਮਸਤੰ ਸੋ ਏਕੇ, ਏਕੇ ਨਹੀਂ ਕਹਿਣਾ, ਏਕੈ ਕਹਿ। ਨਮਸਤੰ ਅਨੇਕੈ, ਨਮਸਕਾਰ ਹੈ ਤੁਹਾਨੂੰ ਜੋ ਫਿਰ ਇੱਕ ਰੂਪ ਦੇ ਹੁੰਦਿਆਂ ਹੋਇਆਂ ਵੀ ਅਨੇਕੈ ਹੋ, ਅਨੇਕ ਸਰੂਪ ਹੋ। ਤੁਸੀਂ ਅਨੇਕ ਸਰੂਪ ਬਣਦੇ ਨਹੀਂ ਹੋ। ਇਹ ਉਪਾਧੀ ਕਰਕੇ ਹੈ ਸਾਰਾ ਕੁਝ, ਮਾਇਆ ਦੀ ਉਪਾਧੀ ਕਰਕੇ। ਕਿਵੇਂ? ਹੁਣ ਆਪਾਂ ਪਰਮਾਤਮਾ ਨੂੰ ਦੇਖਦੇ ਹਾਂ ਕਿ ਉਹ ਇੱਕ ਤੋਂ ਬਹੁਤੇ ਰੂਪ ਕਿਵੇਂ ਹੋ ਜਾਂਦਾ ਤੇ ਫਿਰ ਇੱਕ ਦਾ ਇੱਕ ਕਿਵੇਂ ਰਹਿ ਜਾਂਦਾ। ਵਾਸਤਵ ਦੇ ਵਿੱਚ ਉਹਦਾ ਅਕਸ ਹੀ ਸਾਡੇ 'ਚ ਪੈਂਦਾ। ਜਿਵੇਂ ਆਪਾਂ ਪਾਣੀ ਦਾ 500 ਘੜਾ ਭਰ ਦੋ, 1000 ਲੱਖ ਕਰੋੜ ਅਰਬ ਖਰਬ ਨੀਲ ਪਦਮ, ਪੂਰੀ ਧਰਤੀ ਤੇ ਘੜੇ ਭਰ ਕੇ ਰੱਖ ਦੋ, ਬਾਲਟੀਆਂ ਭਰ ਕੇ ਰੱਖ ਦੋ। ਜੇ ਅਸਮਾਨ ਵਿੱਚ ਚੰਦਰਮਾ ਹੈ ਨਾ ਤਾਂ ਉਹਨਾਂ ਸਾਰਿਆਂ ਵਿੱਚ ਹੀ ਦਿਖਦਾ। ਜਿੰਨੇ ਮਰਜ਼ੀ ਘੜੇ ਭਰ ਕੇ ਰੱਖ ਦੋ, ਬਾਲਟੀਆਂ ਰੱਖ ਦੋ, ਗਲਾਸ ਰੱਖ ਦੋ, ਕੌਲੀ ਪਾਣੀ ਵੀ ਰੱਖ ਦੋ, ਚਮਚਾ ਪਾਣੀ ਦਾ ਭਰ ਕੇ ਦੇਖੋ, ਉਹਦੇ 'ਚ ਵੀ ਚੰਦਰਮਾ ਦਿਖ ਜਾਂਦਾ। ਉਹ ਸਿਰਫ ਇੱਕ ਅਕਸ ਪੈਂਦਾ ਹੈ। ਇਸੇ ਤਰ੍ਹਾਂ ਜਿੰਨੇ ਜੀਵ ਸੰਸਾਰ ਦੇ ਅੰਦਰ ਨੇ ਉਹ ਅਨੇਕਾਂ ਰੂਪ ਇਉਂ ਬਣ ਜਾਂਦਾ ਪਰਮਾਤਮਾ। ਉਹਦਾ ਅਕਸ ਹੀ ਸਾਡੇ ਵਿੱਚ ਪਈ ਜਾਂਦਾ। ਉਹਦਾ ਅਕਸ ਹੀ ਇੰਨਾ ਤਕੜਾ ਹੈ ਕਿ ਆਪਾਂ ਨੂੰ ਲਈ ਫਿਰਦਾ। ਉਹੀ ਇਹਦੀ ਜੋਤ ਹੈ। ਖੁਦ ਤਾਂ ਹਲੇ ਉਹ ਸਰਬ ਵਿਆਪਕ ਹੈ ਹੀ ਹੈ, ਸੱਚਖੰਡ ਵਸੈ ਨਿਰੰਕਾਰ। ਉਹਦਾ ਅਕਸ ਹੀ ਇੰਨਾ ਤਕੜਾ ਹੈ ਕਿ ਅਕਸ ਕਰਕੇ ਹੀ ਆਪਾਂ ਤੁਰੇ ਫਿਰਦੇ ਹਾਂ। ਜੇ ਆਪਾਂ ਕਹੀਏ ਕਿ ਪ੍ਰਮਾਤਮਾ ਸਾਨੂੰ ਛੱਡ ਕੇ ਚਲਿਆ ਗਿਆ, ਇਹਦੀ ਆਪਣਾ ਸਰੀਰ ਹੀ ਨਾਸ ਹੋ ਜਾਂਦਾ। ਘੜਾ ਤੋੜ ਦਈਏ, ਘੜਾ ਟੁੱਟਣ ਨਾਲ ਪਾਣੀ ਡੁੱਲ ਜਾਂਦਾ, ਸੁੱਕ ਜਾਂਦਾ, ਤਾਂ ਉੱਥੋਂ ਅਕਸ ਵੀ ਖਤਮ ਹੋ ਜਾਂਦਾ। ਇਸੇ ਤਰ੍ਹਾਂ ਪ੍ਰਮਾਤਮਾ ਜਿੱਥੋਂ ਆਪਣਾ ਅਕਸ ਪਾਸੇ ਕਰ ਲੈਂਦੇ ਨੇ, ਉਹ ਸਰੀਰ ਨਾਸ ਹੋ ਜਾਂਦਾ। ਅਨੇਕ ਰੂਪ ਵਾਹਿਗੁਰੂ ਬਣਾ ਲੈਂਦੇ ਨੇ ਆਪਣੇ। ਨਮਸਤੰ ਅਭੂਤੇ, ਭੂਤ ਹੁੰਦਾ ਤੱਤ। ਇਹ ਜਿਹੜੇ ਪੰਜੇ ਤੱਤ ਨੇ, ਇਹਨਾਂ ਤੱਤਾਂ ਤੋਂ ਤੁਸੀਂ ਰਹਿਤ ਹੋ, ਮੇਰੀ ਤੁਹਾਨੂੰ ਨਮਸਕਾਰ ਹੈ। ਤੁਸੀਂ ਪੰਜਾਂ ਤੱਤਾਂ ਵਿੱਚ ਨਹੀਂ ਆਉਂਦੇ ਹੋ। ਪੰਜਾਂ ਤੱਤਾਂ ਨੂੰ ਬਣਾਉਣ ਵਾਲੇ ਹੋ ਆਪ। ਨਮਸਤੰ ਅਜੂਪੇ, ਆਜ ਨਾਮ ਬ੍ਰਹਮਾ ਦਾ ਹੈ। ਊਪੇ ਮਤਲਬ ਉੱਪਰ, ਬ੍ਰਹਮਾ ਤੋਂ ਵੀ ਉੱਪਰ ਹੋ ਤੁਸੀਂ, ਤੱਤਾਂ ਤੋਂ ਵੀ ਰਹਿਤ ਹੋ, ਕਿਉਂਕਿ ਬ੍ਰਹਮਾ ਨੂੰ ਤੁਸੀਂ ਬਣਾਉਂਦੇ ਹੋ। ਬ੍ਰਹਮਾ ਤਾਂ ਨਹੀਂ ਤੁਹਾਨੂੰ ਬਣਾਉਂਦਾ। ਇਸ ਕਰਕੇ ਤੁਸੀਂ ਪੰਜਾਂ ਤੱਤਾਂ ਤੋਂ ਨਿਰਲੇਪ ਹੋ, ਬ੍ਰਹਮਾ ਤੋਂ ਉੱਪਰ ਹੋ। ਜਦੋਂ ਆਪਾਂ ਅਜੂਨੀ ਦਾ ਅਰਥ ਕੀਤਾ ਸੀ ਮੂਲ ਮੰਤਰ ਵਿੱਚ, ਕਿਉਂਕਿ ਸਾਰੇ ਬੰਦੇ ਜੇ ਸਾਰੀ ਬਾਣੀ ਪੜ੍ਹਨ ਨਾ ਤਾਂ ਇਹਨਾਂ ਅਰਥਾਂ ਦਾ ਗਿਆਨ ਹੁੰਦਾ। ਹੁਣ ਜਦ ਕਈ ਵਾਰ ਜਪਜੀ ਸਾਹਿਬ 'ਚ ਅਰਥ ਕਰਦੇ ਸੀ ਤਾਂ ਕਈਆਂ ਨੂੰ ਇਉਂ ਲੱਗਦਾ ਸੀ ਵੀ ਪਤਾ ਨਹੀਂ ਕੋਲੋਂ ਹੀ ਬਣਾਈ ਜਾਂਦਾ ਹੈ ਕਿ ਜਾਂ ਐਵੇਂ ਗੱਲਾਂ ਕਰਦਾ।
नहीं ये ਜਦੋਂ पूरी नॉलेज नहीं ਹੁੰਦੀ जब तक उदों सधारण व्यक्ति इत्थे तक नहीं पहुंच सकता। सूरज प्रकाश गुरु नानक प्रकाश की सारी कथा जब तक नहीं पढ़ लैंदा ਉਹਦੇ ਵਿੱਚ बहुत अर्थ ने ਤਾਂ जाके किते इन्हां अर्थां ਦਾ सिर्फ खुलासा ही ਹੁੰਦਾ। क्योंकि ਹੁਣ महाराज ने जाप साहब ਵਿੱਚ संस्कृत ब्रिज भाषा फारसी ते अरबी 4 बोलियां लाइयां होईयां। ਹੁਣ ਇਹ 4 बोलियां 'ਚ 4 अर्थ ਵੱਖਰੇ ਵੱਖਰੇ ਨੇ। किते महाराज कुछ कहते हैं किते कुछ कहते हैं। ਹੁਣ भाषा आपो अपनी किते सतगुरु महाराज किते किते कोई वरतों होर कर देंगे फिर अपनी समझ तो परे हो जाता। ये जिहड़ा अजूप है ना अजूपे आ जन्मी माया नूं भी कहते हैं वैसे अजूनी आज जो ब्रह्मा है वो भी ऊनी खाली है। आज ऊनी माया जिहड़ी है वो भी खाली है तेरे तो बिना। क्यों आज नाम 2 चीज़ां दे ने। आज ब्रह्मा नूं कहंदे ने आज माया नूं कहंदे ने। जे अखर आ जे अजा अजा कहंदे ने बकरी नूं। इस तरह सारे अर्थ वक्रे वक्रे ने। तो महाराज सच्चे पातशाह कहते नमस्तंग तैन नमस्कार है जो ब्रह्मा आदिक तो भी ऊपर है तू सारे नालों ऊपर है तू अपरम पर पार ब्रह्म परमेश्वर है तू। नमस्तंग निर्कर्मे तुहानू नमस्कार है क्योंकि तुसी कोई कर्म करते ही नहीं सारे कर्मां तो रहत हो। सारे कर्म तो थले थले तुहाडी प्रकृति ही करी जाती माया ही करी जाती है। सारिਆਂ ਦੇ ਵਿੱਚ हो के भी तुसी सारिਆਂ ਵਿੱਚ हो के भी निर्लेप रह जाते हो। नाले कथा करी जाते हो नाले सुनी भी जाते हो नाले करते भी नहीं नाले सुनते भी नहीं। कहने मैं दोनों काम भी नहीं करता पर करवाई जाना ते सुनवाई भी जाना। काम मैं दोनों ही करवाना पर रहता मैं पासा ही हाँ निर्लेप है। ना मैं करने वाले ना मैं सुनने वाले क्यों मैनू ना तो करन दी लोड़ है कहने ना मैनू सुनने की लोड़ है। ये तो तुहाडे वास्ते है। तुसी करो तुसी सुनो तुसी कमाओ। इस करके तुसी किसी कर्म विच आउंदे नहीं। जोगी अंदर जोगिया तू भोगी अंदर भोगिया तेरा अंत ना पाया सुरग मच फयाल जियो। जोगियां च बह के जोगी बन जाता है भोगियां च भोगी बनया फिरदा है पर फिर भी निर्लेप है। निर्लेप का निर्लेप ही है क्योंकि अक्स है ना सूरज का अक्स है वो बाहर गंदे नाले ते भी अक्स पैंदा। सूरज नूं की नुकसान आ उहदा अक्स तां सूरज का इहदे ते पैंदा गंदगी के उत्ते भी सूरज पैंदा पर सूरज है तो निर्लेप ही है। सूरज नूं तां कोई फर्क नहीं पैंदा। धरती उत्ते जो मर्जी होई जावे सूरज नूं की फर्क है तो बड़ी दूर है निर्लेप है। महाराज कहते इस प्रकार असीं निर्कर्म हाँ सारे कर्म नूं करदियां होइयां भी अकर्ता हाँ मैं। नमस्तंग निर्भरमे भरम तो रहत होना भटकना तो भुलण तो रहत होना। महाराज कहते हैं अकाल पुरख वाहिगुरू तां नमस्कार करो क्योंकि वो भरम तो रहत है भुलण तो रहत है। भुलण अंदर सबको भुल गुरु करतार 2 अखर वरते ने अभुल गुरु करतार। गुरु जो करतार रूप ही है करतार आप ही गुरु रूप है निर्गुण है सरगुण है। केवल सतगुरु महाराज सच्चे पातशाह ही भटकना तो रहत ने बाकी सारे भटकना में पए हुए ने। इस करके हे नाम भुलण वाले वाहिगुरू तैनूं नमस्कार है। भरम विच नहीं पैंदा भटकदा नहीं भुलदा नहीं। जदों बंदा भटकना विच पै जांदा है तां थां थां भटकदा फिरदा है। कदे उत्थे चलिया गया कदे होर किते चलिया गया। तो महाराज कहने तुसी भरम विच पै के भुल के भटकदे नहीं फिरदे हो लोकां वांगू। तुसी तां एक थां दे उत्ते व्यापक होकर बैठे हो एक थां दे उत्ते भी हो सर्व व्यापक भी हो। नमस्तंग निर्देशे निर्देश देश तो रहत हो। तुहाडा केवल यही मुल्क नहीं है तुहाडे सारे मुल्क ने सारे देश ही तुहाडे ने। क्योंकि जिन्ने भी देश हैं सारिਆਂ ਵਿੱਚ ਤੁਸੀਂ आप ही हो।
इस करके मैं मत्था टेकदा, नमस्कार नमस्कार है। नमस्तं ये भेस से फिर तुहाडा कोई भेस नहीं है, लिबास नहीं है कि रब दा कोई खास है। ये भेख है, वो नीले कपड़े पाउंदा है, वो पीले कपड़े पाउंदा है, वो कोई कपड़े नहीं हो, कपड़े ही नहीं पाउंदा वो, क्योंकि वो शरीर ही नहीं है, वो प्रकाश ही प्रकाश है। जाकर रूप रंग न जाने सो किम श्याम कहा है। फिर उन्होंने श्याम रंग किमें कह सकते हैं, किमें कह सकते हैं कोई पीले कपड़े पाउंदा है, किमें कह सकते हैं कि वो हाथ विच चक्कर फड़दा, वो नहीं पकड़ता, वो भेसां तो रहत है। नमस्तंग निर्नामे, अकाल पुरख वाहिगुरु तैन नमस्कार है, क्योंकि तुसी निर्नाम हो, नाम तो रहत हो, तुहाडा कोई नाम नहीं है। ये तो असीं ही तुहाडे नाम देख देख के रखे, जिहे जे तुसीं कर्म करदे हो उहो जिहा असीं नाम रख लिया। वास्तव दे विच तुहाडा तां नाम है प्रेम। तुहानूं मिलाप दी विधि की है? प्रेम है। महाराज कहने साचा साहिब साच नाए, भाख्या भाओ अपार। भाव जिहड़ा प्रेम दे नाल पारावार तो रहत वाहिगुरू दा नाम लैंदा है, भाख्या उचारण करदा है, यही बस उहदा नाम है। प्रेम नाल जिहड़ा मर्जी कुछ कही जाओ, उसे च ही मिलाप हो जाता उहदा। नमस्तं निरकामे, कामना तो रहत है, तैनूं नमस्कार है, तैनूं विषय विकार भी नहीं फुरदे, काम भी नहीं फुरदा, कामना भी कोई नहीं है, इस करके नमस्कार है। नमस्तं निर्धाते, धात हुंदी माया, धा जाण वाली, दौड़ जाण वाली, इस करके तुहानूं नमस्कार है कि तुसीं माया तो रहत हो। निर्धात, तुहाडे विच माया का प्रभाव नहीं, क्योंकि माया का प्रभाव तो साडे विच तुसीं पाया होया। हुण असीं उल्टा के कहीए कि असीं रब दे उत्ते माया का प्रभाव पा दईए। सो जिवें महाराज 10वें पातशाह जो जंग चल रही सी आनंदपुर साहब, एक सिख लुकदा लुकाउंदा बचदा बचाउंदा किले च पहुंच गया। उन्हें आके महाराज अगे पारस की बट्टी रखी। पारस हुण बड़ी चीज है। कहने लगे महाराज सारे सिंह भुखे मर रहे हैं, पैसे की कमी है, आ लो पारस की बट्टी, जिन्ना मर्जी सोना बनाओ। महाराज कहते ये किधरों आ गया दाखल देण विच भाणे साडे च। नाले हंकार नाल थोड़ा जिहा बोलिया, महाराज ये पारस की बट्टी है, ये नाल बड़ा सोना बन जाता, जिन्ना मर्जी बना लो। सो सतगुरु महाराज सच्चे पातशाह ने एक निगाह मारी, वो थां सारी सोने की बना दी। वो हक्का बक्का रह गया देख के। सतगुरु महाराज ने किरपा दृष्टि नाल ही सोना बनाता। महाराज ने वो पारस की बट्टी उत्थे छोटा जी छपड़ी जी सी उहदे सुट दित्ती। कहण लगे महाराज तुसीं चंगा नहीं कीता, मेरी पारस की बट्टी तुसीं छपड़ी में सुट दित्ती। महाराज कहने कढ़ लिया जाके। जब छपड़ी च बड़िया, काफी पानी सी उहदे च, जब कपड़े उतार के विच प्रवेश होया, लभदा लभदा बाहर आ गया। कहने लगा महाराज मेरे को तो निक्की जी बट्टी है, ये तो पारस के बड़े बड़े पत्थर पे ने। महाराज सच्चे पातशाह कहते तू की समझे, असी भी साडे कोल है ही नहीं कुछ। नहीं, असी तां अपने खालसे नूं पक्का कर रहे हैं, भुखे रख रख के इन्हां नूं असी तां खालसे का इम्तिहान लै रहे हैं। तू विच किधरों आ गया पारस की बट्टी लैके? नहीं, असी तां अपने खालसे नूं पक्का कर रहे हैं, भुखे रख रख के इन्हां नूं असी तां खालसे का इम्तिहान लै रहे हैं। तू विच किधरों आ गया पारस की बट्टी लैके? माया तो रहत निर्लेप हन सतगुरु महाराज धन गुरु नानक देव जी। 12 को माया दूर रखी अपने तो महाराज ने। 12 को 48 किलोमीटर बन जाता। धन गुरु नानक देव जी ने माया नूं नहीं आउण दिता नेड़े।
गुरु अंगद देव जी तो 6 कोह दूर रही, गुरु अमरदास के दरवाजे ते खड़ी सुख शांति रही है। चौथे स्वरूप वेले अंदर आ गई, पंजवियां की शहीदी हो गई। ये सारे पुआड़े माया करके पैंदे ने। जल्लण जट ने 6वें पातशाह नूं कहा महाराज, क्योंकि वो जट सी, सीधा सादा फक्कर फकीर ब्रह्म ज्ञानी सी। वैसे कहने महाराज आ कुकरी कित्थे तुसीं बन ली पावे नाल। सिंह कहने महाराज ये की कहंदे ने? महाराज कहने माया नूं कहंदे भी माया काहनूं बन ली पावे नाल। ਇਹਦੇ करके तुरक चढ़ चढ़ के आउंदे ਤੁਹਾਡੇ ते। पर सतगुरु महाराज कहने असीं ਇਹਦੇ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਹਾਂ ਜਲਣ। ਤਾਂ महाराज कहने नमस्तं निरधाते, धात धा जाण वाली जिहड़ी माया है ਇਹਦੇ ਤੋਂ ਰਹਿਤ होण करके ਤੁਹਾਨੂੰ नमस्कार है। नमस्तं निर्घाते, घात नाश करना, घात लाउणा किसी का, घात कर देना, घात ला के बैठना। जे कोई कहे मैं घात ला के बह जाऊंगा तो रब नूं मार देंगा, ਜਾਂ मैं घात कर देंगा रब का नाश कर देंगा, ये नहीं हो सकता। तुहाडा कोई नाश नहीं कर सकता, तुहानूं कोई घात ला के नहीं मार सकता। इस करके तुहानूं नमस्कार है। नमस्तं निर्धूते, धूत नाम हिलण दा है। जो हिलण तो रहत है उस वाहिगुरू नमस्कार है। वो हिलदा नहीं, उन्होंने कोई हिला भी नहीं सकता। नमस्तं अभूते, ये हुण पहला भी आ गया अभूते, ये हुण दोबारा फिर लिखते हैं अभूते। इत्थे होर 5 ने, उत्थे 5 तत्त सीगे, उत्थे सीगे 5 तत्त जिहड़े वड्डे ने। आकाश तत्त है, धरती है, अग्नि है, पानी है, हवा है। इत्थे सूक्ष्म 5 तत्त, शब्द, स्पर्श, रस, रूप, गंध, इन्हां तो तुसी रहत हो। इस करके तुहानूं साडी नमस्कार है। धन 5 तत्तां विच भी नहीं तुसी, 5 विच भी नहीं तुसी, काम क्रोध लोभ मोह हंकार विच भी नहीं तुसी, वो भी तुहाडे विच नहीं। फिर स्पर्श जिहड़े ने 5 शब्द, स्पर्श, रस, रूप, गंध, ये भी तुहाडे विच नहीं, तुहाडे तां कुछ भी नहीं हैगा। महाराज कहो है ही सारी माया। 5 तत्त ने, 5 काम क्रोध होने ने, शब्द, स्पर्श, रस, रूप ने, ये तो है ही सारी माया। मेरे विच तो माया है ही नहीं, तो मेरे विच आ कित्थों जाणगे। धन्नो महाराज, तुहानूं मत्था टेकदे तुहाडे च चीज़ां नहीं। संत रोज गेड़े खवाउंदे आ, साडी बुरी हालत करदे आ, विषय विकार सानूं परेशान करदे आ। महाराज कहने इसे करके तो मैं तुहानूं कहना कि तुसीं मेरा नाम जपिया करो, तुसीं भी इन्हां तो रहत हो जाओगे। जे तुसीं वाहिगुरू वाहिगुरू करी जाओगे तो तुसीं 5 तो ही रहत हो जाओगे, विषय विकारां तो भी, शब्द, स्पर्श, रस, रूप, गंध तो भी। तुहानूं भी मैं निर्लेप कर लवांगा सब नूं। नमस्तं अलोके, लोक हुंदा देखना, अलोके देखण तो रहत। धन हो तुसीं महाराज, साडे कोल भी हो पर दिखदे भी नहीं हो सानूं। इस करके तुहानूं नमस्कार है। तुसीं साडे हर वक्त कोल रहिंदे हो, हिरदे च रहिंदे हो। घड़ घड़ के अंतर की जानत, भले बुरे की पीर पछाणत। फिर भी सानूं तुसीं दिखदे नहीं हो। सब कुछ साडा तुसीं देख लैंदे हो, किहड़ियां गलतियां करदा, किहड़ियां करतूतां करदा, की हेरा फेरियां करदा, की बेईमानियां करदा, किन्नी भगती करदा, किन्नी सेवा करदा, किन्ना दान करदा। सारा कुछ तुहाडे कोले साडा, कुछ नहीं भुलिया होया तुहानूं। पर यह भी असीं तुहानूं नहीं देख सकते, तुसीं सानूं देखदे हो हर वक्त। इस करके असीं मत्था टेकदे हां तुहानूं। जे कोई आउण जाण ले कि वाहिगुरू मेरे कोल ही है, चलो ठीक है, मैनूं नहीं दिखदे पर तुसीं है तां मेरे कोल ही ना। क्यों प्रतीत करे अकाल पुरख नूं मन दे अंदर भी है तां मेरे अंदर ही हो। नमस्तं अशोके, सोग, सोग तो रहत है। तुहानूं कोई किसी प्रकार का सोग नहीं है। सोके, सोके तो रहत हो, सोका नहीं पैंदा तुहाडे विच। सो जिवें मनमुख बंदा सोका पै जांदा, जिवें दरख्त जिहड़े ने खड़े सुक के कठूले हो जाते हैं। एक रहे सूक कठूले, ये चौथे पातशाह दी पंक्ति है। महाराज कहने जिवें लोग सुक जाते हैं, सोग करते हैं, सोग विच आके कोई बंदा कुमला जाता,
ਤੁਸੀਂ नहीं कदे इस तरह देखे भी ਤੁਹਾਨੂੰ कोई सोग पै गया होवे। 4 साहिबजादे शहीद हो गए जद रायकोट राय कल्ले दे कोल बैठे, भाई दया सिंह हुणे भी बैठे, ਨੂਰੇ ਮਾਹੀ ने खबर देती कि महाराज साहिबजादे छोटे शहीद हो गए। ਕੰਨਾਂ ਵਿੱਚ ਚਿੰਤੇ ਨੇ ਉਹਨਾਂ ਨੇ। ਭਾਈ ਦਇਆ ਸਿੰਘ ਹੁਣੀ ਸਾਰੇ ਬੜੇ ਉਦਾਸ ਹੋਏ। ਕਲਗੀਆਂ ਵਾਲੇ ਪਾਤਸ਼ਾਹ ਉਸੇ ਤਰ੍ਹਾਂ ਖੇੜੇ ਚਿਹਰੇ ਨਾਲ ਸਜੇ ਹੋਏ ਨੇ। ਭਾਈ ਦਇਆ ਸਿੰਘ ਕੀ ਸੋਚਦਾ ਹੈ? ਮਹਾਰਾਜ ਆਪ ਜੀ ਨੂੰ ਦੁੱਖ ਹੋਇਆ ਹੋਵੇਗਾ, ਅੱਖਾਂ ਵਿੱਚੋਂ ਅਥਰੂ ਆ ਗਏ। ਮਹਾਰਾਜ ਕਹਿੰਦੇ ਇਹ ਅਥਰੂ ਉਹ ਨਹੀਂ ਹੈਗੇ ਜਿਹੜੇ ਸੰਸਾਰ ਵਾਲੇ ਹੁੰਦੇ ਨੇ। ਮੈਂ ਤਾਂ ਇਹ ਦੇਖਦਾ ਕਿ ਮਨੁੱਖ ਕਿੰਨਾ ਕਰੂਰ ਹੋ ਗਿਆ। ਜਿਹਨੂੰ ਮਨੁੱਖ ਨੂੰ ਅਸੀਂ ਬਣਾਇਆ ਸੀ ਨਾਮ ਜਪਣ ਵਾਸਤੇ, ਉਹ ਛੋਟੇ ਛੋਟੇ ਬੱਚਿਆਂ ਨੂੰ ਮਾਰਦੇ ਨੇ ਰਾਜ ਪਿੱਛੇ। ਉਹ ਕਿੰਨੇ ਕਰੂਰ ਹੋ ਗਏ ਮਨੁੱਖ। ਮੈਨੂੰ ਤਾਂ ਰੋਣਾ ਆਇਆ ਕਿ ਮਨੁੱਖਤਾ ਕਿੰਨੀ ਗੰਦੀ ਹੋ ਗਈ। ਇਸ ਕਰਕੇ ਮਹਾਰਾਜ ਕਹਿੰਦੇ 4 ਲਕੀਰਾਂ ਖਿੱਚ ਦੇ ਧਰਤੀ ਤੇ, ਖਿੱਚ ਦਿੱਤੀਆਂ, ਉਂਗਲ ਨਾਲ ਲਕੀਰਾਂ ਵਾਹੀਆਂ। ਕਹਿੰਦੇ ਇਹਨਾਂ ਨੂੰ ਮੇਟ ਦੇ, ਮੇਟ ਦਿੱਤਾ। ਲਕੀਰਾਂ ਬਣਾਉਣ ਵੇਲੇ ਕੋਈ ਖੁਸ਼ੀ ਹੋਈ? ਕਹਿੰਦੇ ਨਾ ਜੀ। ਮਿਟਾਉਣ ਵੇਲੇ ਕੋਈ ਦੁੱਖ ਹੋਇਆ? ਨਾ ਜੀ। ਕਹਿੰਦੇ ਬਸ ਸਾਡਾ ਮਨ ਵੀ ਐਸਾ ਹੀ ਹੈ, ਅਸੀਂ ਹਮੇਸ਼ਾ ਹੀ ਅਸ਼ੋਕ ਰਹਿੰਦੇ ਹਾਂ, ਸਾਨੂੰ ਕੋਈ ਸੋਗ ਨਹੀਂ ਹੁੰਦਾ। ਸਧਾਰਨ ਵਿਅਕਤੀ ਨੂੰ ਸੋਗ ਹੁੰਦਾ ਹੈ, ਸਤਿਗੁਰੂ ਨੂੰ ਕਦੇ ਸੋਗ ਨਹੀਂ ਹੈ। ਨਮਸਤੰ ਨਿਰਤਾਪੇ, ਤਾਪ ਹੁੰਦੇ ਨੇ ਜਿਹੜੇ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸੇ। 3 ਤਾਪ ਆਦਿ ਵਿਆਧੀ ਉਪਾਧੀ, ਇਹ ਤਿੰਨਾਂ ਤਾਪਾਂ ਤੋਂ ਆਪ ਰਹਿਤ ਹੋ। ਤੁਹਾਡੇ ਵਿੱਚ 3 ਤਾਪ ਨਹੀਂ ਹਨ। ਜਿਹੜੇ ਤੁਹਾਡੇ ਨਾਲ ਜੁੜਦੇ ਨੇ ਉਹ ਵੀ 3 ਤਾਪਾਂ ਤੋਂ ਰਹਿਤ ਹੋ ਜਾਣ। ਜਿਹੜੇ ਜਾਪ ਸਾਹਿਬ ਦਾ ਪਾਠ ਕਰਦੇ ਨੇ ਸੇਮ ਇਹੀ ਅਵਸਥਾ ਆਉਂਦੀ ਉਹਨਾਂ ਦੀ। ਅਸਤੰ ਅਥਾਪੇ, ਥਾਪਣ ਤੋਂ ਰਹਿਤ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੁਸੀਂ ਦੂਜਿਆਂ ਨੂੰ ਤਾਂ ਥਾਪਦੇ ਹੋ ਪਰ ਆਪ ਅਥਾਪੇ ਹੀ ਹੋ, ਤੁਹਾਨੂੰ ਨਹੀਂ ਕੋਈ ਥਾਪ ਸਕਦਾ। ਨਮਸਤੰ ਇਸ ਕਰਕੇ ਮੱਥਾ ਟੇਕਦੇ ਆ, ਤੁਹਾਨੂੰ ਨਹੀਂ ਕਿਸੇ ਨੇ ਥਾਪਿਆ ਅੱਜ ਤੱਕ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇਹ ਤਾਂ ਮਹਾਰਾਜ ਕਹਿੰਦੇ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਆ ਗੁਣੀ ਨਿਦਾਨ। ਨਮਸਤੰ ਤ੍ਰਿਮਾਨੇ, ਤ੍ਰੇ 3 ਮਾਨੇ ਮੰਨਣੇ ਯੋਗ, ਤਿੰਨਾਂ ਦੇ ਤੁਸੀਂ ਮੰਨਣੇ ਯੋਗ ਹੋ। ਬ੍ਰਹਮਾ ਵਿਸ਼ਨੂੰ ਮਹੇਸ਼ ਤੁਹਾਨੂੰ ਤਿੰਨੇ ਹੀ ਮੰਨਦੇ ਨੇ। ਇਹ ਤ੍ਰਿਮਾਨੇ ਅੱਖਰ ਕਈ ਵਾਰੀ ਆਉਣਾ। ਉਹ 3 ਕੌਣ ਕੌਣ ਮੰਨਦੇ ਨੇ? ਇੱਥੇ ਤਾਂ ਬ੍ਰਹਮਾ ਵਿਸ਼ਨੂੰ ਮਹੇਸ਼ ਹੀ ਮੰਨਦੇ ਨੇ। ਫਿਰ ਅੱਗੇ ਚੱਲ ਕੇ ਫਿਰ ਦੇਖਾਂਗੇ ਕੌਣ ਕੌਣ ਤੁਹਾਨੂੰ ਹੋਰ 3 ਮੰਨਦੇ ਨੇ। ਨਮਸਤੰ ਨਿਧਾਨੇ, ਤੁਹਾਨੂੰ ਨਮਸਕਾਰ ਹੈ ਜੀ, ਤੁਸੀਂ ਖਜ਼ਾਨਾ ਰੂਪ ਹੋ। ਤੁਹਾਡਾ ਖਜ਼ਾਨਾ ਕਦੇ ਮੁੱਕਦਾ ਹੀ ਨਹੀਂ। ਜਿੰਨਾ ਮਰਜ਼ੀ ਕੋਈ ਵਰਤੀ ਜਾਵੇ ਤੁਹਾਡਾ ਖਜ਼ਾਨਾ ਨਹੀਂ ਮੁੱਕਣ ਚਾਹੁੰਦਾ। ਤੁਹਾਡੇ ਖਜ਼ਾਨੇ ਸਦਾ ਭਰੇ ਹੀ ਰਹਿੰਦੇ ਨੇ, ਕਦੇ ਘਾਟਾ ਨਹੀਂ ਪਿਆ ਤੁਹਾਡੇ ਖਜ਼ਾਨੇ ਵਿੱਚ। ਨਮਸਤੰ ਅਗਾਹੇ, ਗ੍ਰਹਿਣਾ ਕਿਸੇ ਨੂੰ ਪਕੜਨਾ, ਗਾਹੇ ਤੁਸੀਂ ਅਗਾਹੇ ਹੋ, ਪਕੜੇ ਨਹੀਂ ਜਾਂਦੇ, ਤੁਹਾਨੂੰ ਕੋਈ ਨਹੀਂ ਪਕੜ ਸਕਦਾ। ਪਰ ਭਗਤ ਪਕੜ ਲੈਂਦੇ ਨੇ। ਉਹ ਤਾਂ ਕਹਿੰਦੇ ਮੈਨੂੰ ਜਦੋਂ ਮਰਜ਼ੀ ਫੜ ਲੈਣ। ਸੋ ਜਿਵੇਂ ਕੋਈ ਮੁਨੀ ਬੈਠੇ ਸੀ ਬੜੇ ਤਕੜੇ, ਸ਼ਿਕਾਰੀ ਸ਼ਿਕਾਰ ਖੇਡਣ ਲਈ ਗਿਆ, ਰਸਤੇ ਜਾਂਦਾ ਜਾਂਦਾ ਮੁਨੀ ਨੂੰ ਮੱਥਾ ਟੇਕਿਆ, ਸੁਖਣਾ ਸੁਖੀ ਉਹਦੇ ਸਾਹਮਣੇ ਬੈਠ ਕੇ ਵੀ ਜੇ ਮੈਨੂੰ ਚੰਗਾ ਸ਼ਿਕਾਰ ਮਿਲ ਜੇ ਅੱਜ ਤਾਂ ਅੱਧਾ ਸ਼ਿਕਾਰ ਤੁਹਾਡੇ ਅੱਗੇ ਮੱਥਾ ਟੇਕ ਕੇ ਜਾਵਾਂ। ਉਹ ਜਦ ਆਇਆ ਮੱਥਾ ਟੇਕਿਆ, ਉਹਨੇ ਇੰਨੇ ਜਾਨਵਰ ਮਰੇ ਹੋਏ, ਰਿਸ਼ੀ ਦੀ ਸਮਾਧੀ ਖੁੱਲ ਗਈ ਪਾਪਾਂ ਕਰਕੇ। ਕਹਿੰਦੇ ਇਹ ਕੀ ਹੋ, ਇੰਨੇ ਜਾਨਵਰ ਕਿੱਥੋਂ ਲਿਆਇਆ ਮਾਰ ਕੇ? ਕਹਿੰਦੇ ਤੁਹਾਡੀ ਸੁਖਣਾ ਸੁਖੀ ਵੀ ਮੈਨੂੰ ਸ਼ਿਕਾਰ ਚੰਗਾ ਮਿਲ ਜਾਏ। ਉਸ ਵਕਤ ਰਿਸ਼ੀ ਮੁਨੀ ਬੜੇ ਗੁੱਸੇ ਚ ਆਏ, ਕਹਿਣ ਲੱਗੇ ਮੈਂ ਤੈਨੂੰ ਸ਼ਰਾਪ ਦੇ ਦਿਆਂਗਾ, ਤੈਨੂੰ ਜੇ ਤੂੰ ਸਮਝਦਾ ਕਿ ਮੇਰੀ ਇਹ ਸੁਖਣਾ ਪੂਰੀ ਹੋ ਸਕਦੀ ਹੈ ਤਾਂ ਸ਼ਰਾਪ ਵੀ ਪੂਰਾ ਹੋ, ਨਰਕਾਂ ਨੂੰ ਭੇਜੂੰਗਾ ਤੈਨੂੰ ਮੈਂ। ਕਹਿੰਦੇ ਮਹਾਰਾਜ ਮੈਨੂੰ ਬਖਸ਼ ਲਓ, ਮੈਥੋਂ ਗਲਤੀ ਹੋ ਗਈ। ਕਹਿੰਦੇ ਮੈਂ ਤੈਨੂੰ ਇੱਕੋ ਗੱਲ 'ਚ ਬਖਸ਼ ਸਕਦਾ। ਕੀ? ਕਹਿੰਦੇ ਮੈਨੂੰ ਚਤੁਰਭੁਜੀ ਜਾਨਵਰ ਫੜ ਕੇ ਲਿਆ ਕੇ ਦੇ, ਤੂੰ ਸ਼ਿਕਾਰੀ ਆ। ਹੁਣ ਸ਼ਿਕਾਰੀ ਵਿਚਾਰੇ ਨੂੰ ਕੀ ਪਤਾ ਚਤੁਰਭੁਜੀ ਕਿਹਨੂੰ ਕਹਿੰਦਾ ਹੈ? 4 ਬਾਹਾਂ ਵਾਲਾ ਵਿਸ਼ਨੂੰ ਹੈ, ਉਹਨੂੰ ਕਹਿਤਾ। ਹੁਣ ਉਹ ਵਿਚਾਰਾ ਜੰਗਲ 'ਚ ਭਟਕਦਾ ਫਿਰਦਾ ਨਾਲੇ ਰੱਬ ਨੂੰ ਅਰਦਾਸਾਂ ਕਰੇ, ਉਹ ਵੀ ਭਗਤੀ ਕਰਨ ਲੱਗ ਗਿਆ। ਕਹਿੰਦਾ ਮੈਂ ਅੱਜ ਤੱਕ 4 ਚਤੁਰਭੁਜੀ ਜਾਨਵਰ ਹੀ ਨਹੀਂ ਦੇਖਿਆ ਕਿਹਾ ਜਾ ਹੁੰਦਾ, ਮੈਂ ਫੜਾ ਕਿੱਥੋਂ ਉਹਨੂੰ? ਫੇਰ ਜੀ ਅਖੀਰ ਫਾਹਾ ਲੈ ਕੇ ਨਾ ਮਰਨ ਲੱਗਿਆ, ਕਹਿੰਦਾ ਮਾਰੇ ਜਾਨਾ। ਵਿਸ਼ਨੂੰ ਜੀ ਨੇ ਸੋਚਿਆ ਵੀ ਇੰਨੀ ਇਹਨੇ ਕਮਾਈ ਕੀਤੀ, ਭਗਤੀ ਕੀਤੀ, ਵਿਚਾਰਾ ਮਰੂਗਾ ਹੁਣ। ਵਿਸ਼ਨੂੰ ਜੀ ਨੇ 4
ਬਾਹਾਂ ਵਾਲਾ ਇੱਕ ਜਾਨਵਰ ਬਣ ਕੇ ਝਾੜੀਆਂ 'ਚ ਫਸ ਕੇ ਬਹਿ ਗਿਆ ਆਪ ਹੀ। ਉਹ ਚਾਰ ਬਾਹਾਂ ਵਾਲਾ ਜਾਨਵਰ ਜਿਹਾ ਬਣ ਕੇ ਉਹਨੇ ਦੇਖਿਆ ਵੀ ਉਹ ਫਾਹਾ ਲੈਣ ਦੀ ਤਾਂ ਲੋੜ ਨਹੀਂ, ਉਹ ਬੈਠਾ ਚਤਰਭੁਜੀ ਫਸਿਆ ਬੈਠਾ ਝਾੜੀਆਂ 'ਚ। ਉਹਨੇ ਜਾ ਕੇ ਝਾੜੀਆਂ 'ਚ ਉਹਨੂੰ ਰੱਸਾ ਪਾ ਕੇ ਖਿੱਚ ਲਿਆਂਦਾ, ਲਿਆ ਕੇ ਉਹ ਸੰਤ ਦੇ ਅੱਗੇ ਰੱਖ ਦਿੱਤਾ। ਲਓ ਮੁਨੀ ਜੀ, ਚਤਰਭੁਜੀ ਜਾਨਵਰ ਹੈ। ਮੁਨੀ ਜੀ ਤੇ ਕਹਿੰਦੇ ਉਹ ਬਾਬਾ ਮੈਂ ਤਾਂ ਤੈਨੂੰ ਹੱਸਦਾ ਸੀ। ਵਿਸ਼ਨੂੰ ਜੀ ਨੂੰ ਕਹਿੰਦੇ ਮਹਾਰਾਜ ਤੁਸੀਂ ਇਹ ਕੀ ਰੂਪ ਬਣਾਇਆ? ਕਹਿੰਦੇ ਜਦ ਹੁਣ ਤੁਸੀਂ ਪੰਗੇ ਪਾ ਦਿੰਦੇ ਹੋ, ਦੂਜੇ ਨੂੰ ਕਹਿੰਦੇ ਚਤਰਭੁਜੀ ਫੜ ਕੇ ਲਿਆ, ਤਾਂ ਹੁਣ ਮੈਨੂੰ ਬਣਨਾ ਹੀ ਪੈਣਾ ਸੀ ਉਹ। ਇਸ ਕਰਕੇ ਕਹਿੰਦੇ ਭਗਤ ਮੈਨੂੰ ਫੜ ਸਕਦੇ ਨੇ ਪ੍ਰੇਮ ਨਾਲ, ਮੈਨੂੰ ਹੋਰ ਕੋਈ ਨਹੀਂ ਫੜ ਸਕਦਾ। ਭਗਤ ਮੈਨੂੰ ਫੜ ਸਕਦੇ ਨੇ ਪ੍ਰੇਮ ਦੀ ਡੋਰੀ ਪਾ ਕੇ, ਉਹਨਾਂ ਕੋਲ ਹੀ ਫੜਿਆ ਜਾਂਦਾ, ਬਾਕੀ ਤਾਂ ਮੈਂ ਕਿਸੇ ਤੋਂ ਫੜਿਆ ਹੀ ਨਹੀਂ ਜਾਂਦਾ। ਨਮਸਤੰ ਅਬਾਹੇ, ਅਬਾਹੇ ਜਿਵੇਂ ਪਹਿਲਾਂ ਵਾਹਨ ਦਾ ਪੜਿਆ ਸੀ ਆਪਾਂ ਸਵਾਰੀ ਦਾ, ਇੱਥੇ ਅਬਾਹੇ ਆ ਵਾਹੇ ਵਾਯੂ, ਪੌਣ, ਪੌਣ ਤੋਂ ਪ੍ਰਾਣ। हे ਪ੍ਰਾਣਾ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ। ਸਾਡੇ 'ਚ ਹੀ ਪ੍ਰਾਣ ਚੱਲਦੇ ਨੇ, ਸਵਾਸ ਚੱਲਦੇ ਨੇ, ਪਰ ਤੇਰੇ 'ਚ ਪ੍ਰਾਣ ਨਹੀਂ ਚੱਲਦੇ। ਐ ਤਾਂ ਰੱਬ ਵੀ ਮਰ ਜਾਏ ਫਿਰ ਜੇ ਸਵਾਸ ਚੱਲਦੇ ਹੋਣ ਉਹਦੇ 'ਚ। ਇਹ ਤਾਂ ਬੰਦੇ ਦੇ ਹੀ ਸਾਹ ਮੁੱਕਦੇ ਨੇ, ਬੰਦਾ ਮਰ ਜਾਂਦਾ। ਧੰਨ ਹੈ ਤੂੰ, ਤੇਰੇ ਅੰਦਰ ਸਵਾਸ ਹੀ ਹੈ ਨਹੀਂ। ਸਵਾਸਾਂ ਤੋਂ ਬਿਨਾਂ ਹੀ ਤੇਰੀ ਜੋਤ ਪ੍ਰਕਾਸ਼ਮਾਨ ਹੈ। ਇਸੇ ਕਰਕੇ ਤਾਂ ਜਦੋਂ ਕੋਈ ਬ੍ਰਹਮ ਗਿਆਨ ਵਿੱਚ ਚਲਿਆ ਜਾਂਦਾ ਹੈ, ਉਹ ਵੀ ਇਹੀ ਅਵਸਥਾ ਚਲਿਆ ਜਾਂਦਾ। ਬਾਬਾ ਦੀਪ ਸਿੰਘ ਜੀ ਇਸੇ ਕਰਕੇ ਇੰਨੀ ਦੂਰ ਖੰਡਾ ਖੜਕਾਉਂਦੇ ਚਲੇ ਗਏ, ਕਿਉਂਕਿ ਉਹ ਵੀ ਅਬਾਹੇ ਹੋ ਜਾਂਦੇ ਨੇ। ਅਵਸਥਾ ਹੈ ਭਗਤੀ ਕਰਕੇ ਉੱਥੇ ਤੱਕ ਪਹੁੰਚਣ ਨਾਲ ਹੀ ਇਹ ਚੀਜ਼ ਬਣਦੀ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਪ੍ਰਾਣਾ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ। ਨਮਸਤੰ ਤੇਰੇ ਵਰਗੇ, ਤ੍ਰੇ ਵਰਗੇ ਤਿੰਨ ਰੂਪ ਤੈਨੂੰ ਨਮਸਕਾਰ ਹੈ। ਕਿਹੜੇ? ਬ੍ਰਹਮਾ ਵੀ ਤੁਸੀਂ ਆਪ ਹੀ ਬਣੇ ਹੋਏ ਹੋ, ਵਿਸ਼ਨੂੰ ਵੀ ਆਪ ਹੀ ਹੋ, ਮਹੇਸ਼ ਵੀ ਆਪ। ਬਾਕੀ ਕਹਿਣ ਦੀਆਂ ਗੱਲਾਂ ਨੇ ਕਿ ਉਹ ਬ੍ਰਹਮਾ ਵਿਸ਼ਨੂੰ ਮਹੇਸ਼ ਵੱਖਰੇ ਨੇ। ਤੇਰੇ ਵਰਗੇ ਤਿੰਨ ਰੂਪ ਕਿਹੜੇ ਨੇ? ਧਰਮ ਅਰਥ ਕਾਮ। ਇਹ ਤਿੰਨ ਰੂਪ ਮਨੁ ਸਿਮਰਤੀ 'ਚ ਤਿੰਨ ਹੀ ਲਿਖੇ ਹੋਏ ਨੇ ਰੂਪ ਉਹਦੇ। ਧਰਮ ਅਰਥ ਕਾਮ ਰੂਪ ਵੀ ਤੁਸੀਂ ਆਪ ਹੀ ਹੋ। ਨਮਸਤੰ ਤੇਰੇ ਵਰਗੇ ਇਹ ਤਿੰਨ ਰੂਪ ਨੇ ਜਿਹੜੇ ਤੁਹਾਡੇ, ਜਦੋਂ ਜੀ ਕਰੇ ਤੁਸੀਂ ਤਿੰਨ ਰੂਪ ਧਾਰਨ ਕਰ ਲੈ। ਤਿੰਨ ਗੁਣ ਰੂਪ ਵੀ ਤੁਸੀਂ ਆਪ ਹੀ ਹੋ, ਰਜੋ ਤਮੋ ਸਤੋ ਵੀ ਤੁਸੀਂ ਆਪ ਹੀ ਹੋ। ਤਾਈਓ ਨਮਸਕਾਰ ਕਰਦੇ ਤੁਹਾਨੂੰ। ਨਮਸਤੰ ਅਸਰਗੇ, ਸਰਗ ਨਾਮ ਹੁੰਦਾ ਉਤਪਤੀ ਦਾ, ਤੇ ਤੁਸੀਂ ਉਤਪਤੀ ਤੋਂ ਰਹਿਤ ਹੋ। ਇਸ ਕਰਕੇ ਅਸੀਂ ਤੁਹਾਨੂੰ ਮੱਥਾ ਟੇਕਦੇ ਹਾਂ ਕਿ ਤੁਸੀਂ ਉਤਪਤੀ ਤੋਂ ਰਹਿਤ ਹੋ, ਤੁਹਾਨੂੰ ਕੋਈ ਪੈਦਾ ਨਹੀਂ ਕਰ ਸਕਦਾ। ਨਮਸਤੰ ਪ੍ਰਭੋਗੇ, ਭੋਗ ਦੇਣ ਵਾਲੇ। ਪ੍ਰਾ ਚੰਗੀ ਤਰ੍ਹਾਂ, ਪ੍ਰਾ ਦਾ ਭਾਵ ਹੈ ਚੰਗੀ ਤਰ੍ਹਾਂ ਭੋਗ ਦੇਣ ਵਾਲੇ। ਕੀ? ਫਲ ਫਰੂਟ ਆ ਚੀਜ਼ਾਂ ਜਿੰਨੀਆਂ ਦਿੰਦੇ ਨੇ, ਅੱਛੀ ਪ੍ਰਕਾਰ ਆਪਾਂ ਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਦਿੰਦੇ, ਖਾਣ ਪੀਣ ਪਹਿਰਨ ਭੋਗਣ ਨੂੰ ਪਦਾਰਥ, ਇਹ ਸਾਰੇ ਤੁਸੀਂ ਦਿੰਦੇ ਹੋ। ਤੁਹਾਨੂੰ ਨਮਸਕਾਰ ਹੈ। ਤੁਸੀਂ ਜ਼ਿੰਦਗੀ 'ਚ ਕੋਈ ਚੀਜ਼ ਖਾਓ ਤਾਂ ਇਹ ਨਾ ਕਿਹੋ ਮੈਂ ਖਰੀਦ ਕੇ ਲਿਆਇਆ, ਨਹੀਂ, ਇਹ ਕਹੋ ਵਾਹਿਗੁਰੂ ਨੇ ਦਿੱਤੀ। ਪੈਸੇ ਦੇ ਜ਼ੋਰ ਤੇ ਲਿਆਇਆ ਮੈਂ ਖਰੀਦ ਕੇ, ਤੇ ਜੇ ਉਹ ਚੀਜ਼ ਧਰਤੀ ਤੇ ਪੈਦਾ ਹੀ ਨਾ ਕਰਦਾ, ਪੈਸੇ ਚੱਕੀ ਫਿਰਦੇ ਫਿਰ। ਇਸ ਕਰਕੇ ਇਹ ਵੀ ਧੰਨ ਸ਼ੁਕਰ ਕਰੋ, ਪੈਸਿਆਂ ਨਾਲ ਤਾਂ ਮਿਲ ਜਾਂਦੀ ਚੀਜ਼। ਕੋਈ ਉਹ ਵੀ ਸਮਾਂ ਹੁੰਦਾ ਜੋ ਕਾਲ ਪੈ ਜਾਂਦਾ ਦੁਨੀਆ 'ਚ, ਪੈਸੇ ਨਾਲ ਵੀ ਕੁਝ ਨਹੀਂ ਮਿਲਦਾ, ਪੈਸਾ ਵੀ ਬੇਅਰਥ ਹੋ ਜਾਂਦਾ। ਤਾਂ ਮਹਾਰਾਜ ਕਹਿੰਦੇ ਚੰਗੀ ਤਰ੍ਹਾਂ ਸਾਨੂੰ ਸਾਰਾ ਕੁਝ ਬਖਸ਼ਿਸ਼ ਕਰਨ ਵਾਲੇ ਹੋ। ਨਮਸਤੰ ਸਯੋਗੇ, ਸਯੋਗ ਹੁੰਦਾ ਜਿਹੜਾ ਹਰ ਪ੍ਰਕਾਰ ਨਾਲ ਲਾਇਕ ਹੋਵੇ, ਹਰੇਕ ਤਰੀਕੇ ਨਾਲ ਤੁਸੀਂ ਲਾਇਕ ਹੋ, ਤੁਹਾਨੂੰ ਨਮਸਕਾਰ ਹੈ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਨਮਸਤੰ ਅਰੰਗੇ, ਰੰਗਾਂ ਤੋਂ ਰਹਿਤ ਹੋ। ਕਾਲਾ, ਪੀਲਾ, ਨੀਲਾ, ਚਿੱਟਾ, ਕੋਈ ਰੰਗ ਨਹੀਂ ਤੁਹਾਡੇ ਅੰਦਰ। ਸਾਰਿਆਂ ਰੰਗਾਂ ਤੋਂ ਰਹਿਤ ਹੋ ਕੇ ਵੀ ਰੰਗ ਰੂਪ ਹੋ, ਨਾਮ ਦਾ ਰੰਗ ਹੈ ਤੁਹਾਡੇ 'ਚ। ਨਮਸਤੰ ਅਭੰਗੇ, ਭੰਗ ਹੁੰਦਾ ਟੁੱਟਣਾ, ਨਾਸ ਤੋਂ ਰਹਿਤ ਹੋ, ਟੁੱਟਦੇ ਨਹੀਂ ਹੋ, ਤੁਹਾਨੂੰ ਕੋਈ ਤੋੜ ਨਹੀਂ ਸਕਦਾ। ਇਸ ਪ੍ਰਕਾਰ 15 ਪੌੜੀਆਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਤੋ ਸਤਿਗੁਰੂ ਮਹਾਰਾਜ ਦੀ ਕਿਰਪਾ ਹੈ ਆਪਣੇ ਤੇ। ਪਾਠ ਜਿਹੜਾ ਹੈ, ਪ੍ਰੇਮੀ ਕਹਿੰਦੇ ਪਾਠ ਵੀ ਉਨੀਆਂ ਪੌੜੀਆਂ ਦਾ ਨਾਲ ਨਾਲ ਪਾਠ ਵੀ ਕਰਨਾ। ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੁਏਕੈ, ਨਮਸਤੰ ਨਮਸਤੰ ਅਪੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਪਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਪੇਸ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ, ਨਮਸਤੰ ਨਿਰਘਾਤ, ਨਮਸਤੰ ਨਿਰਧੂਤੇ, ਨਮਸਤੰ ਅਭੂਤੇ, ਨਮਸਤੰ ਅਲੋਕੇ, ਨਮਸਤੰ ਅਸ਼ੋਕ,
नमस्तं नितापे नमस्तं अथापे नमस्तं त्रिमाने नमस्तं निधान नमस्तं अगाहे नमस्तं अबाहे नमस्तं त्रिवर्गे नमस्तं असर्गे नमस्तं परभोगे नमस्तं सुजोगे नमस्तं अरंगे नमस्तं अपंगे। 15 पौड़ियां तक ਆਪਾਂ ਨੇ श्रवण किया। हौली हौली मन च वसदियां चीज़ां। ये आनंद तां आउंदा अर्थां दा ज्ञान होवे ना। जाप साहब दा तुसीं पाठ करी जाओ, तुहानूं ये नहीं पता लगना पाठ किहड़े वेले हो गया। कितना ही आनंद है जाप साहब नूं जे अर्थां नाल करिए और इतना गा के करिए तो होर ज़्यादा आनंद है। ये सतगुरु महाराज की बड़ी बख्शिश हुंदी है। सतगुरु महाराज ने बख्शिशां कीतियां ने। आओ सिमरन विच जुड़िए। ये सारा कुछ सामने रख लेना। ये सारा साहिब सत्कार नाल सतगुरु महाराज जी बख्शिश कर रहे हैं। 16ਵੀਂ पौड़ी जाप साहब दे विच अकाल पुरख नूं नमस्कारां करनियां ने बार बार। नमस्तं अगम्य, वो जो परमेश्वर है जिथे तक किसी की गमता ना होवे, पहुंच ना होवे, जिथे तक कोई अज तक पहुंच नहीं सकिया, बुद्धि की पहुंच तो परे है, मन बाणी शरीर तो परे है जो वाहिगुरु। इस करके उस वाहिगुरु नूं असीं बार बार नमस्कार करते हैं। नमस्तस्त रम्य, तो ये पाठ की शुद्धि इस नमस तस्त आदਿਕ नहीं करना। नन्ना मम्मा सस्सा उत्ते आदਿਕ ला लो। नमस्तस्त रम्य, ऐसा जो परमेश्वर है सो नमस्त भयो अस्त, नमस्कार होवे ऐसे वाहिगुरु नूं रम्य। रम्य तो भाव कौन हुंदा है? रम कौन है? लक्ष्मी। लक्ष्मी नूं इस करके रमे कहा जाता है क्योंकि बड़ी मनोहर है, सुंदर है। पर मोहन का स्वरूप तो किते ज़्यादा सुंदर है। जिन्हें एक बार परमेश्वर के दर्शन कर लए उन्होंने दुनिया च होर कोई चंगा लगता ही नहीं। भाई नंद लाल जी ने जिवें 10वें पातशाह के दर्शनों बारे जिक्र किया, 6वें पातशाह के स्वरूप बारे दर्शन के जिक्र किए ने कि महाराज जी जिन्हें एक बार तुहाडा दर्शन कर लिया उन्होंने दुनिया का कुछ भी चंगा नहीं लगता। भावें माया 100 स्वरूप करके उहदे अगे खड़ी हो जाए, भावें मोहनी बन के आ जाए, भावें कुछ भी होवे, हुण वो मोया नहीं जाता। जिहड़ा एक बार तुहाडे दर्शन कर लैंदा है तो उस करके वो फिर मोया नहीं जाता। नमस्तं जलासरे, पानी नूं आसरा दिंदा। जे तू ना समुंदर नूं आसरा देवें, समुंदर हद बन्ने टप जाए, दुनिया डोब देवे। जल दा आसरा है, जल नूं रोक के रखण वाला। जे तू ना जल दा आसरा बने, जल सारा धरती नूं डोब देवे। 10वां हिस्सा है धरती सारी, 90 हिस्से है पानी। पर फिर भी तुहाडी किरपा नाल धरती बची हुई है। इस करके मत्था टेकदे जल दा आसरा। जिहड़े कहने मैं जल देवता नूं मनदा, वरुण देवते की पूजा करदा, महाराज कहने जल दा आसरा वाहिगुरु है, जल नूं बनाउण वाला वाहिगुरु है। इस करके जलासरे नूं मन्नो, जल नूं ना, जल नूं नहीं मनना। जो पानी पीना है, जे प्रसाद पीवै शीतल जला, जिहदी किरपा नाल ठंडा पानी पीने फ्रिजों कढ के, वो जलासरे नूं याद करो, हे वाहिगुरु जल भी तेरे आसरे ठंडा हो गया। तेरे आसरे जल गर्म हो जाता, सर्दियां च गर्म करते। नमस्तं निरासरे, निर आसरे, निरंकार, निर्विकार, निर्लंभ। उथे निर्लंभ का मतलब है निर्लंभ, आसरे तो बिना। निरासरे, तैनों किसी के आसरे की लोड़ नहीं पैंदी कि फलाने बंदे का मैं आसरा लेना, मैं ताइयों कामयाब होना। तुसी तो आसरा सानू देण वाले हो, तुहानू किसी आसरे की लोड़ नहीं है। जे कोई कहे कि रब नूं मेरी लोड़ है, भी मेरा आसरा गुरु घर नूं साडा आसरा, महाराज कहने ना आसरा कोई नहीं, तुसी साडा आसरा लो। संगत विच आम गल प्रचलित हो जाती, संगत आखे एक ही विसवे है, गुरु भी विसवे है। वो निरासरे है परमेश्वर। संगत एक ही विसवे तां बनती है जे गुरु वाले 20 विसवे पहला नाल लाओ। जे गुरु 20 विसवे है, जे 20 रुपये अपने कोल है नहीं तो 1 रुपया चुकी फिरो, वो तो एक ही रह जाना। फिर 20 विसवे जब गुरु रलदा है तो एक विसवा साडा है सिर्फ,
ਤਾਂ ਅਸੀਂ 21 ਬਣ ਜਾਂਦੇ। ਪਿਓ ਦੀ ਜਾਇਦਾਦ ਲੈ ਕੇ ਬੱਚਾ ਤਾਂ ਕੁਝ ਵੀ ਨਹੀਂ ਕਮਾਉਂਦਾ, ਉਹ ਤਾਂ 5-4 ਹਜ਼ਾਰ ਕਮਾਉਂਦਾ, ਤੇ ਪਿਓ ਦੀ ਕੋਠੀ ਲੈ ਲਈ ਬਹੁਤ ਵੱਡੀ ਉਹਨੇ, ਤੇ ਕਾਰ ਵੀ ਬਣੀ ਬਣਾਈ ਮਿਲ ਗਈ, ਤਾਂ ਬੱਚਾ 21 ਵਿਸਵੇ ਬਣ ਗਿਆ ਵੀ ਸਾਡੇ ਕੋਲ ਤਾਂ ਬਹੁਤ ਕੁਛ ਹੈ। ਪਿਓ ਦੀ ਜਾਇਦਾਦ ਤੇ ਆ ਨਾ, ਜੇ ਉਹ ਹੀ ਨਾ ਦਿੰਦਾ ਤੇ ਤੂੰ ਆਪਣੀ 5-4 ਹਜ਼ਾਰ ਨੂੰ ਕੀ ਕਰਦਾ, ਕਿਰਾਇਆ ਦਿੰਦਾ ਕਿ ਰੋਟੀ ਖਾਂਦਾ। ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਅਸੀਂ ਦੁਨੀਆ 'ਚ ਨਹੀਂ ਸੀ ਆਏ ਉਦੋਂ ਤੁਸੀਂ 21 ਵਿਸਵੇ ਕਿੱਥੇ ਸੀ। ਇਸ ਕਰਕੇ ਨਿਰਾਸਰੇ ਹਾਂ ਮੈਂ, ਮੈਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ, ਆਸਰਾ ਨਹੀਂ ਚਾਹੀਦਾ ਉਹਨੂੰ। ਉਹ ਤਾਂ ਕਹਿੰਦੇ ਮੈਂ ਬਿਨਾਂ ਆਸਰੇ ਤੋਂ ਹੀ ਠੀਕ ਹਾਂ। ਨਮਸਤੰ ਅਜਾਤੇ, ਜਾਤ ਤੋਂ ਰਹਿਤ ਹੈ ਤੂੰ, ਨਮਸਕਾਰ ਹੈ ਤੈਨੂੰ, ਤੇਰੀ ਕੋਈ ਜਾਤ ਨਹੀਂ। ਨਮਸਤੰ ਆਪਾਤੇ, ਪਾਂਤ ਹੁੰਦੀ ਪੰਗਤੀ ਬਰਾਦਰੀ। ਇਸ ਪ੍ਰਕਾਰ ਜਾਤ ਇੱਕ ਜਾਤ ਹੈ, ਜੱਟ ਹੈ, ਤਰਖਾਣ ਹੈ, ਛਿੰਬੇ ਹੈ, ਇਹ ਜਾਤਾਂ ਨੇ। ਇਹਨਾਂ 'ਚ ਪਾਂਤ ਕਿਹੜੀ ਆ ਜਾਂਦੀ ਹੈ, ਜਿਹੜੀ ਪਾਂਤ ਫੇਰ ਜਿਹੜੀ ਆ ਜਾਂਦੀ ਹੈ ਅੱਗੇ ਵੀ ਇਹ ਅੱਗੇ ਫਿਰ ਫਲਾਣੇ ਗੋਤ ਦੇ ਨੇ, ਇਹ ਫਲਾਣੇ ਗੋਤ ਹੈ, ਇਹ ਨੀਵਿਆਂ 'ਚ ਆ ਜਾਂਦੇ ਨੇ, ਇਹ ਉੱਚਿਆਂ 'ਚ ਆ ਜਾਂਦੇ ਨੇ, ਇਹ ਖੱਤੀਆਂ 'ਚ ਆ ਜਾਂਦੇ, ਧਮਾਣਾ 'ਚ ਆ ਜਾਂਦੇ ਨੇ, ਇਹ ਵੱਖਰੀ ਗੱਲ ਹੈ। ਅੱਗੇ ਤੋਂ ਅੱਗੇ ਫਿਰ ਉਹਨਾਂ ਦੇ ਵਿੱਚ ਵੀ ਨੀਵੀਆਂ ਤੇ ਉੱਚੀਆਂ ਜਾਤਾਂ ਨੇ, ਰਾਜਪੂਤਾਂ ਵਿੱਚ ਵੀ ਨੀਵੀਆਂ ਤੇ ਉੱਚੀਆਂ ਜਾਤਾਂ ਨੇ। ਹਰ ਇੱਕ ਦੇ ਵਿੱਚ ਪਹਿਲਾਂ ਜਾਤ, ਫਿਰ ਉਹਦੀ ਪਾਂਤ, ਬਰਾਦਰੀ। ਪਰ ਤੂੰ ਇਹਨਾਂ ਸਭ ਤੋਂ ਪਰੇ, ਜਿਹੜਾ ਤੈਨੂੰ ਮੰਨਣ ਲੱਗ ਜਾਂਦਾ ਉਹ ਵੀ ਜਾਤ ਪਾਤ ਤੋਂ ਪਰੇ ਹੋ ਜਾਂਦਾ। ਨਮਸਤੰ ਅਮਜਬੇ, ਮਜਬ ਤੋਂ ਰਹਿਤ ਹੈ, ਤੇਰਾ ਕੋਈ ਮਜਬ ਨਹੀਂ ਹੈ। ਨਮਸਤਸਤ ਅਜਬੇ, ਅਜਬ ਸਰੂਪ ਹੈ ਤੂੰ, ਕਿ ਅਜਬ ਸਰੂਪ ਹੈ ਤੂੰ, ਅਜਬ ਸਰੂਪ ਹੈ, ਅਸਚਰਜ ਹੈ, ਹੈਰਾਨੀਜਨਕ ਹੈ। ਇਹ ਤਾਂ ਜਦੋਂ ਆਪਾਂ ਉਹਦੇ ਵਿੱਚ ਪ੍ਰਵੇਸ਼ ਕਰਾਂਗੇ ਫਿਰ ਪਤਾ ਲੱਗੇਗਾ ਕਿ ਅਜਬ ਸਰੂਪ ਕਿਵੇਂ ਆ। ਨਮਸਤਸਤ, ਇਸੇ ਕਰਕੇ ਮੈਂ ਤੈਨੂੰ ਮੱਥਾ ਟੇਕਦਾ, ਤੂੰ ਅਜਬ ਸਰੂਪ ਹੈ। ਆਪਾਂ ਨੇ ਹਲੇ ਉਹਦੇ ਵਿੱਚ ਜਾਣਾ ਸ਼ੁਰੂ ਹੀ ਨਹੀਂ ਕੀਤਾ। ਆਪਾਂ ਧਰਤੀ ਤੇ ਖੜ ਕੇ ਕਹੀ ਜਾਂਦੇ ਮੈਂ ਸਿੱਖਾਂ, ਮੈਨੂੰ ਪਤਾ, ਕੁਝ ਨਹੀਂ ਪਤਾ। ਜਦੋਂ ਉਹਦੇ ਵਿੱਚ ਉਹਦੀਆਂ ਲਹਿਰਾਂ ਵਿੱਚ ਪ੍ਰਵੇਸ਼ ਕਰਾਂਗੇ ਤਾਂ ਪਤਾ ਲੱਗੇਗਾ ਵੀ ਉਹ ਬੜੀ ਵੱਡੀ ਚੀਜ਼, ਪਤਾ ਹੀ ਨਹੀਂ ਲੱਗਦਾ ਕਿੰਨਾ ਕੁ ਆਨੰਦ ਹੈ ਤੇ ਕੀ ਚੀਜ਼ ਹੈ, ਤੇ ਇਹ ਤੇ ਪ੍ਰਵੇਸ਼ ਹੋਣ ਵਾਲੇ ਨੂੰ ਗਿਆਨ ਹੁੰਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਅਜਬ ਸਰੂਪ ਵਾਹਿਗੁਰੂ, ਤੈਨੂੰ ਨਮਸਕਾਰ ਹੈ, ਧੰਨ ਹੈ ਤੂੰ। ਗੁਰੂ ਨਾਨਕ ਦੇਵ ਜੀ ਨੂੰ ਰਾਜਾ ਲਾਜਵਰਦ ਨੇ ਪੱਥਰਾਂ ਦੇ ਥੱਲੇ ਦੱਬਤਾ, ਫੇਰ ਉੱਤੇ ਬੈਠੇ ਪਾਣੀ ਵਿੱਚ ਡਬੋ ਕੇ, ਉਹ ਬੇੜੀ ਹਲੇ ਬਾਅਦ ਚ ਆਈ, ਉਹ ਪਹਿਲਾਂ ਹੀ ਕਿਨਾਰੇ ਤੇ ਬੈਠੇ ਮਹਾਰਾਜ। ਅਜਬ ਸਰੂਪ ਹੈ ਤੇਰਾ, ਸਰੂਪ ਅਜਬ ਹੈ। ਹੱਥ ਲਾਉਨੇ ਆ ਪਰ ਤੇਰੇ ਨਾਲ ਟੱਚ ਹੀ ਨਹੀਂ ਹੁੰਦੇ। ਸਰੂਪ ਦਿਖਦਾ ਵੀ ਹੈ ਤੇਰਾ, ਪਰ ਟੱਚ ਨਹੀਂ ਹੁੰਦਾ, ਹੱਥ ਸਾਡਾ ਨਾਲ ਸਪਰਸ਼ ਨਹੀਂ ਕਰਦਾ, ਕਿਉਂਕਿ ਪੰਜਾਂ ਤੱਤਾਂ ਤੋਂ ਰਹਿਤ ਹੋ ਤੁਸੀਂ। ਸਿਰਫ ਸਾਡੇ ਵਾਸਤੇ ਰੂਪ ਧਾਰੇ ਨੇ 10, ਗੁਰਬਾਣੀ ਪ੍ਰਗਟ ਕਰਕੇ ਮਰਿਆਦਾਵਾਂ ਬਣਾ ਕੇ ਅਲੋਪ ਹੋ ਗਏ। ਫਿਰ ਤੁਸੀਂ ਆਦੇਸੰ ਆਦੇਸੇ, ਆਦੇਸੰ ਅੰਗ, ਇਹਦੇ 3 ਪਦ ਛੇਦ ਕਰਕੇ 3 ਵਾਰੀ ਬਣਨਾ। ਆ ਦੇਸ, ਫਿਰ ਟਿੱਪੀ ਦਾ ਐੜਾ ਬਣ ਜਾਂਦਾ ਅੰਗ। ਆ ਦਾ ਮਤਲਬ ਹੈ ਆਇਆ ਹੋਇਆ ਹੈ ਦੇਸ਼, ਅੰਗ ਸਾਰਿਆਂ ਦੇਸ਼ਾਂ ਵਿੱਚ, ਤੂੰ ਸਾਰਿਆਂ ਦੇਸ਼ਾਂ ਵਿੱਚ ਆਇਆ ਹੋਇਆ, ਕੋਈ ਦੇਸ਼ ਤੇ ਇੱਥੋਂ ਖਾਲੀ ਨਹੀਂ, ਕੋਈ ਥਾਂ ਤੇ ਇੱਥੋਂ ਖਾਲੀ ਨਹੀਂ। ਇਸ ਕਰਕੇ ਆਦੇਸ਼ ਸਾਡੀ ਨਮਸਕਾਰ ਹੈ, ਸਾਰਿਆਂ ਦੇਸ਼ਾਂ ਦੇ ਵਿੱਚ ਹੈ ਤੂੰ, ਇਸ ਕਰਕੇ ਤੈਨੂੰ ਕਰਦੇ ਆ ਆਦੇਸ਼, ਤਿਸੈ ਆਦੇਸ਼। ਨਮਸਤੰ ਅਭੇਸੇ, ਭੇਖਾਂ ਤੋਂ ਰਹਿਤ ਹੈ ਵਾਹਿਗੁਰੂ, ਅਸੀਂ ਤੈਨੂੰ ਨਮਸਕਾਰ ਕਰਦੇ ਹਾਂ। ਤੇਰਾ ਕੋਈ ਭੇਸ ਨਹੀਂ, ਕੋਈ ਲਿਬਾਸ ਨਹੀਂ, ਜਿਵੇਂ ਕੋਈ ਮਨ ਕਰ ਲੈ ਮੈਨੂੰ ਇਸ ਤਰ੍ਹਾਂ ਦਰਸ਼ਨ ਦਿਓ, ਉਸ ਤਰ੍ਹਾਂ ਹੀ ਦੇ ਦਿੰਦੇ ਆ। ਮੈਨੂੰ ਇਸ ਤਰ੍ਹਾਂ ਦਰਸ਼ਨ ਦਿਓ, ਉਹਨੂੰ ਉਸੇ ਤਰ੍ਹਾਂ ਹੀ ਦੇ ਦਿੰਦੇ ਨੇ, ਜਿਵੇਂ ਮਰਜ਼ੀ ਕਹਿ ਲਓ। ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਕਈਆਂ ਨੇ ਕਿਹਾ ਮੈਨੂੰ ਇਹ ਜਿਹੇ ਦਰਸ਼ਨ ਦਿਓ, ਕਿਉਂਕਿ ਪਰਮੇਸ਼ਰ ਦਾ ਆਪਣਾ ਤਾਂ ਕੋਈ ਸਰੂਪ ਨਹੀਂ, ਆਪਣੇ ਸੰਕਲਪ ਨਾਲ ਹੀ ਉਹਦੇ ਸਰੂਪ ਬਣਦੇ ਨੇ, ਆਪਣਾ ਉਹਦਾ ਕੋਈ ਸਰੂਪ ਨਹੀਂ ਹੈ। ਸੋ ਇਸ ਕਰਕੇ ਜਦੋਂ ਵੀ ਕਿਸੇ ਨੇ ਕਿਹਾ ਕਿ ਮਹਾਰਾਜ ਮੈਨੂੰ ਤਾਂ ਵਿਸ਼ਨੂੰ ਦੇ ਰੂਪ ਵਿੱਚ ਦੇਖੋ, ਉਹਨੂੰ ਉਹ ਜਿਹੇ ਦੇਖਣ ਲੱਗ ਜਾਂਦੇ, ਮੈਨੂੰ ਫਲਾਣੇ ਰੂਪ ਦਰਸ਼ਨ ਦਿਓ, ਉਹਨੂੰ ਉਹ ਜਿਹੇ ਦੇਖਣ ਲੱਗ ਜਾਂਦੇ। ਜੇ ਕੋਈ ਇਹ ਕਹੇ ਕਿ ਮੈਨੂੰ ਪ੍ਰਕਾਸ਼ ਰੂਪ ਬਖਸ਼ੋ, ਤਾਂ ਪ੍ਰਕਾਸ਼ ਹੀ ਰੂਪ ਬਖਸ਼ ਦਿੰਦੇ ਨੇ।
ਸੋ ਮਹਾਰਾਜ ਕਹਿੰਦੇ ਇਹ ਤਾਂ ਜਗਿਆਸੂ ਦੀ ਸ਼ਰਧਾ ਹੁੰਦੀ ਹੈ, ਜਿਵੇਂ ਦੀ ਕੋਈ ਸ਼ਰਧਾ ਕਰ ਲੈਂਦਾ ਮੈਂ ਉਹਨੂੰ ਉਹੋ ਜਿਹਾ ਦਰਸ਼ਨ ਦੇ ਦਿੰਦਾ। ਵਾਸਤਵ 'ਚ ਮੇਰਾ ਤਾਂ ਕੋਈ ਰੂਪ ਹੀ ਨਹੀਂ ਹੈ, ਪਰ ਉਹਦੀ ਮਰਜ਼ੀ ਦੇ ਉੱਤੇ ਮੈਂ ਉਹਨੂੰ ਦਰਸ਼ਨ ਦਿੰਦਾ ਕਿ ਉਹਦੀ ਸ਼ਰਧਾ ਬਣ ਜਾਂਦੀ। ਇੱਕ ਨਮਸਤੰ ਨਿਰਧਾਮੇ, ਧਾਮ ਘਰ, ਇਹ ਘਰ ਤੋਂ ਬਿਨਾ ਵਾਹਿਗੁਰੂ ਤੈਨੂੰ ਨਮਸਕਾਰ ਹੈ, ਤੇਰਾ ਕੋਈ ਘਰ ਨਹੀਂ। ਨਹੀਂ ਕਹਿ ਦਈਏ ਕਿ ਉਹ ਬਸ ਸੱਚਖੰਡ 'ਚ ਵਸਦਾ ਹੈ। ਮਹਾਰਾਜ ਕਹਿੰਦੇ ਮੈਂ ਤਾਂ ਸਾਰਿਆਂ ਥਾਵਾਂ ਤੇ ਹੀ ਹਾਂ। ਨਿਰਧਾਮੇ, ਘਰ ਤੋਂ ਬਿਨਾ ਭਾਵ ਸਾਰੇ ਹੀ ਘਰ ਮੇਰੇ ਨੇ, ਸਾਰੇ ਸਰੀਰ ਮੇਰੇ ਨੇ, ਸਾਰੇ ਘਰ ਮੇਰੇ ਨੇ, ਸਾਰੇ ਸਰੂਪ ਮੇਰੇ ਨੇ, ਹਰ ਇੱਕ ਚੀਜ਼ ਮੇਰੀ ਹੈ, ਹਰ ਇੱਕ ਜਗ੍ਹਾ ਦੇ ਵਾਸੀ ਹਾਂ ਮੈਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨਮਸਤੰ ਨਿਰਬਾਮੇ, ਬਾਮ ਨਾਮ ਇਸਤਰੀ ਦਾ ਹੈ, ਤੂੰ ਨਿਰਬਾਮ ਹੈ, ਇਸਤਰੀ ਤੋਂ ਬਿਨਾ ਹੈ। ਪ੍ਰਕਿਰਤੀ ਦੇ ਵਿੱਚ ਤੂੰ ਹੈ, ਪ੍ਰਕਿਰਤੀ ਤੇਰੇ ਵਿੱਚ ਨਹੀਂ ਹੈ। ਸੂਰਜ ਸਾਨੂੰ ਪ੍ਰਕਾਸ਼ ਦਿੰਦਾ ਹੈ, ਪਰ ਅਸੀਂ ਸੂਰਜ ਦੇ ਵਿੱਚ ਨਹੀਂ ਆ। ਸੂਰਜ ਤਾਂ ਸਾਤੋਂ ਨਿਰਲੇਪ ਹੈ, ਆਪਾਂ ਉਹਦੇ ਤੱਕ ਜਾ ਹੀ ਨਹੀਂ ਸਕਦੇ, ਸੜ ਜਾਵਾਂਗੇ। ਇਸੇ ਪ੍ਰਕਾਰ ਉਹਨੇ ਪ੍ਰਕਿਰਤੀ ਨੂੰ ਬਣਾਇਆ, ਮਾਇਆ ਨੂੰ ਬਣਾਇਆ, ਮਾਇਆ ਨੂੰ ਪ੍ਰਕਾਸ਼ ਦੇ ਕੇ ਚਲਦੀ ਕਰ ਦਿੱਤਾ, ਪਰ ਮਾਇਆ ਉਹਦੇ ਵਿੱਚ ਨਹੀਂ, ਉਹ ਮਾਇਆ ਦੇ ਵਿੱਚ ਆਪਣਾ ਪ੍ਰਕਾਸ਼ ਪਾ ਕੇ ਉਹਨੂੰ ਚਲਦੀ ਫਿਰਦੀ ਕਰ ਦਿੰਦਾ। ਨਹੀਂ ਕਹਿ ਸਕਦੇ ਕਿ ਉਹ ਨਿਰਬੰਮ ਹੈ, ਵੀ ਉਹਦੀ ਇਸਤਰੀ ਹੈ। ਉਦਾਂ ਭਾਵੇਂ ਲਾਗੇ ਬੈਠਦੀ, ਉਹਦੇ ਨੇੜੇ ਹੈ। 10ਵੇਂ ਪਾਤਸ਼ਾਹ ਚੌਪਈ ਸਾਹਿਬ 'ਚ ਕਹਿੰਦੇ ਨੇ ਜੀ, ਜਿਹੜੀ ਛੋਟੀ ਚੌਪਈ ਪੜ੍ਹਦੇ ਨੇ 10 ਪੌੜੀਆਂ ਵਾਲੀ, ਚਰਨ ਸਰਨ ਜੇ ਬਸਤ ਭਵਾਨੀ, ਜਿਹਦੇ ਚਰਨਾਂ ਵਿੱਚ ਭਵਾਨੀ ਹਮੇਸ਼ਾ ਬੈਠੀ ਰਹਿੰਦੀ ਹੈ। ਪਰ ਮਹਾਰਾਜ ਕਹਿੰਦੇ ਫੇਰ ਵੀ ਨਿਰਬਾਮੇ ਹੈ, ਤੂੰ ਰਹਿਤ ਹੈ, ਨਿਰਲੇਪ ਹੈ, ਪਾਸੇ ਹੈ ਉਹ ਤੋਂ। ਨਮੋ ਸਰਬ ਕਾਲੇ, ਸਾਰਿਆਂ ਦਾ ਕਾਲ ਰੂਪ ਹੈ ਤੂੰ, ਇਸ ਕਰਕੇ ਤੈਨੂੰ ਨਮਸਕਾਰ ਹੈ। ਨਮੋ ਸਰਬ ਕਾਲੇ, ਕਾਲ ਨਾਮ ਸਮੇਂ ਦਾ, ਸਾਰਿਆਂ ਸਮਿਆਂ ਵਿੱਚ ਹੈ ਤੂੰ, ਇਸ ਕਰਕੇ ਤੈਨੂੰ ਮੱਥਾ ਟੇਕਦੇ ਆ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਇੱਕ ਬੜੀ ਵੱਡੀ ਮਹਿਮਾ ਹੈ ਅਕਾਲ ਪੁਰਖ ਦੀ, ਜਿਹੜੀ ਮਹਾਰਾਜ ਨੇ ਕਹੀ ਹੈ ਨਾ, ਆਦ ਸੱਚ, ਜੁਗਾਦ ਸੱਚ। ਇਹ ਮਹਿਮਾ ਹੈ, ਬਹੁਤ ਕਿਰਪਾ। ਮੂਲ ਮੰਤਰ ਦੇ ਨਾਲ ਲਾ ਕੇ ਇਹ ਮਹਿਮਾ ਕਰ ਦਿੱਤੀ ਗੁਰੂ ਨਾਨਕ ਦੇਵ ਜੀ ਨੇ। ਇਹ ਇੰਨੀ ਵੱਡੀ ਮਹਿਮਾ ਹੈ ਕਿ ਜਿਹਦੀ ਕੋਈ ਅੰਤ ਹੀ ਨਹੀਂ, ਕਿਉਂਕਿ ਹਰੇਕ ਅੱਖਰ ਵਿੱਚ ਅੱਖਰ ਲੱਗਦਾ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਨਮੋ ਸਰਬ ਦਿਆਲੇ, ਸਾਰਿਆਂ ਦੇ ਉੱਤੇ ਤੁਸੀਂ ਸਦਾ ਹੀ ਦਿਆਲ ਰਹਿੰਦੇ ਹੋ, ਇਸ ਕਰਕੇ ਮੈਨੂੰ ਹਮੇਸ਼ਾ ਇਹ ਖੁਸ਼ੀ ਹੁੰਦੀ ਕਿ ਤੁਸੀਂ ਹਮੇਸ਼ਾ ਹੀ ਦਿਆਲ ਹੋ। ਨਮਸਕਾਰ ਹੈ ਤੁਹਾਨੂੰ। ਕਦੇ ਤਿਉੜੀ ਨਹੀਂ ਪਾਉਂਦੇ ਮੱਥੇ ਤੇ। ਆ ਗਿਆ ਹੁਣ, ਮੈਂ ਸੌਂ ਗਿਆ ਸੀ, ਬੰਦੇ ਕੋਲ ਜਾਓ, ਕਹਿੰਦਾ ਸਵੇਰੇ ਆਈ, ਹੁਣ ਤਾਂ ਦਫ਼ਤਰ ਬੰਦ ਹੋ ਗਿਆ, ਹੁਣ ਤਾਂ ਮੈਂ ਸੌਂ ਰਿਹਾ, ਹੁਣ ਤਾਂ ਮੈਂ ਖਾ ਰਿਹਾ। ਪਰ ਤੁਸੀਂ ਕਿਉਂਕਿ ਨਾ ਸੌਣਾ, ਨਾ ਖਾਣਾ, ਨਾ ਪੀਣਾ, ਨਾ ਪਹਿਰਨਾ, ਤੁਸੀਂ ਤਾਂ ਇਸੇ ਕੰਮ ਤੇ ਹੀ ਬੈਠੇ ਹੋ। ਬਸ ਆ ਹੀ ਜਾਓ, ਲਈ ਜਾਓ, ਜਿਹੜਾ ਮਰਜ਼ੀ ਆ ਜਾਓ, ਲਈ ਜਾਓ। 24 ਘੰਟੇ ਹੀ ਖੁੱਲਾ ਹੈ ਦਰ ਤੇਰਾ, ਜਦੋਂ ਮਰਜ਼ੀ ਅਰਦਾਸ ਕਰ ਲਓ। ਨਮੋ ਸਰਬ ਰੂਪੇ, ਸਾਰੇ ਰੂਪ ਤੇਰੇ ਆਪਣੇ ਹੀ ਨੇ, ਇਸ ਕਰਕੇ ਤੈਨੂੰ ਨਮਸਕਾਰ ਹੈ। ਸਾਰੇ ਰੂਪ ਤੇਰੇ ਹੀ ਨੇ, ਤੂੰ ਹੀ ਹੈ, ਤੂੰ ਹੀ ਹੈ ਸਭਨਾਂ ਦੇ ਵਿੱਚ। ਸਭ ਰੂਪ ਤੇਰੇ ਹੀ ਨੇ, ਸਭ ਰੂਪਾਂ ਵਿੱਚ ਤੂੰ ਆਪ ਹੀ ਬੈਠਾ ਹੈ। ਨਮੋ ਸਰਬ ਭੂਪੇ, ਸਾਰਿਆਂ ਦੇ ਰਾਜਾ ਰੂਪ ਤੁਸੀਂ ਆਪ ਹੋ, ਇਸ ਕਰਕੇ ਨਮਸਕਾਰ ਹੈ। ਨਮੋ ਸਰਬ ਖਾਪੇ, ਸਾਰਿਆਂ ਨੂੰ ਖਪਾਉਣ ਵਾਲੇ ਹੋ, ਜਦ ਜੀ ਕਰੇ ਖਪਾ ਦਿਓ। ਸਕਿੰਟ ਤਾਂ ਬਹੁਤ ਜ਼ਿਆਦਾ ਹੈ, ਸਕਿੰਟ ਤੋਂ ਪਹਿਲਾਂ ਹੀ ਖਪਾ ਦਿੰਦੇ ਨੇ। ਨਮੋ ਸਰਬ ਥਾਪੇ, ਨਮਸਕਾਰ ਹੈ ਤੁਹਾਨੂੰ, ਤੁਸੀਂ ਸਾਰਿਆਂ ਨੂੰ ਥਾਪਣ ਵਾਲੇ ਹੋ। ਕਿਸੇ ਨੂੰ ਕੁਝ ਥਾਪ ਦਿੱਤਾ, ਕਿਸੇ ਨੂੰ ਕੁਝ ਥਾਪ ਦਿੱਤਾ, ਹਰੇਕ ਨੂੰ ਥਾਪਦੇ ਹੋ ਉਹਦੀ ਜਗ੍ਹਾ ਦੇ ਉੱਤੇ। ਵੱਡਾ ਵੀ ਤੂੰ ਹੀ ਥਾਪਦਾ ਹੈ, ਰਾਜਾ ਵੀ ਤੂੰ ਹੀ ਥਾਪਦਾ ਹੈ, ਪ੍ਰਜਾ ਵੀ ਤੂੰ ਹੀ ਥਾਪਦਾ ਹੈ। ਨਮੋ ਸਰਬ ਕਾਲੇ, ਸਾਰਿਆਂ ਦੇ ਕਾਲ ਰੂਪ ਹੈ ਵਾਹਿਗੁਰੂ, ਤੈਨੂੰ ਨਮਸਕਾਰ ਹੈ। ਸਾਰੇ ਸਮਿਆਂ ਵਿੱਚ ਰਹਿਣ ਵਾਲਾ